ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇਤ ਤੇ। ਕਿਤਾਬ ਨਿਰਾਸ਼ਾ ਤੋਂ ਬਚੋ, ਲੇਖਕ ਸਵੇਟ ਮਾਰਡਨ। ਲੇਖ ਪਿਆਰ ਦੀ ਸ਼ਕਤੀ। ਸੰਸਾਰ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਚੀਜ਼ ਹੈ ਪਿਆਰ। ਸਭ ਦਾ ਪਿਆਰਾ ਬਣਨ ਲਈ ਪਿਆਰ ਦਾ ਹੀ ਦਾਮਨ ਫੜਨਾ ਪੈਂਦਾ ਹੈ। ਕਿਸੇ ਵੀ ਦੂਸਰੇ ਮਨੁੱਖ ਨੂੰ ਵੱਸ ਵਿੱਚ ਕਰਨ ਦਾ ਇਸ ਤੋਂ ਵੱਡਾ ਵਸ਼ੀਕਰਨ ਮੰਤਰ ਕੋਈ ਦੂਸਰਾ ਨਹੀਂ। ਕੁੜੀ ਹੋਈ, ਚਿੜੀ ਹੋਈ ਅਤੇ ਹਰ ਵੇਲੇ ਬੁੜਬੁੜਾਉਂਦੀ ਰਹਿਣ ਵਾਲੀ ਔਰਤ ਕਦੇ ਵੀ ਆਪਣੇ ਪਤੀ ਦਾ ਪਿਆਰ ਨਹੀਂ ਪਾ ਸਕਦੀ। ਸੁਸ਼ੀਲ ਅਤੇ ਹਸਮੁਖ ਪਤਨੀ ਹੀ ਹਰ ਇੱਕ ਨੂੰ ਚੰਗੀ ਲੱਗਦੀ ਹੈ। ਬੁਰੇ ਸੁਭਾਅ ਦੀ ਇੱਕ ਲੜਕੀ ਜਾਂ ਇੱਕ ਔਰਤ ਸਿਰਫ ਇੱਕ ਘਰ ਦੀ ਸ਼ਾਂਤੀ ਹੀ ਨਸ਼ਟ ਨਹੀਂ ਕਰਦੀ, ਬਲਕਿ ਕਈ ਘਰਾਂ ਦੀਆਂ ਖੁਸ਼ੀਆਂ ਲੁੱਟ ਲੈਂਦੀ ਹੈ। ਇੱਥੋਂ ਤੱਕ ਕਿ ਆਸ ਪੜੋਸ ਦੇ ਪਰਿਵਾਰਾਂ ਦਾ ਜੀਵਨ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਜੋ ਵਿਅਕਤੀ ਆਪਣੇ ਗੁੱਸੇ 'ਤੇ ਕਾਬੂ ਨਹੀਂ ਪਾ ਸਕਦਾ, ਉਸ ਤੋਂ ਵੱਧ ਦਇਆ ਦਾ ਪਾਤਰ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ। ਗੁੱਸੇ ਵਾਲੀ ਲੜਕੀ ਨਾਲ ਵਿਆਹ ਰਚਾਉਣ ਵਾਲਾ ਨੌਜਵਾਨ ਆਪਣੇ ਹੱਥੀਂ ਆਪਣੇ ਪੂਰੇ ਜੀਵਨ ਦੀਆਂ ਖੁਸ਼ੀਆਂ ਨੂੰ ਚਿਤਾ ਵਿੱਚ ਜਲਾ ਦਿੰਦਾ ਹੈ। ਵਿਆਹ ਦੇ ਲਈ ਕੇਵਲ ਸੁੰਦਰ ਸਰੀਰ ਨੂੰ ਕਸੌਟੀ ਬਣਾਉਣ ਵਾਲਾ ਹਮੇਸ਼ਾ ਧੋਖਾ ਖਾਂਦਾ ਹੈ। ਸ਼ਕਲ ਸੂਰਤ ਕਿਹੋ ਜਿਹੀ ਵੀ ਹੋਵੇ ਨਿਭ ਜਾਂਦੀ ਹੈ, ਪਰ ਬਦਮਿਜਾਜ ਵਿਅਕਤੀ ਨਾਲ ਪੂਰਾ ਜੀਵਨ ਬਿਤਾਉਣ ਦੀ ਸਜ਼ਾ ਨਹੀਂ ਸਹੀ ਜਾ ਸਕਦੀ। ਅਜਿਹੇ ਵਾਤਾਵਰਣ ਵਿੱਚ ਉਮਰ ਵੀ ਘਟ ਜਾਂਦੀ ਹੈ ਅਤੇ ਅਜਿਹੇ ਵਿਅਕਤੀ ਦੀ ਕਿਤੇ ਵੀ ਇੱਜ਼ਤ ਨਹੀਂ ਹੋ ਸਕਦੀ, ਨਾ ਘਰ ਵਿੱਚ ਤੇ ਨਾ ਸਮਾਜ ਵਿੱਚ। ਬਦਮਿਜਾਜੀ ਸੁੰਦਰਤਾ ਦੀ ਵੀ ਦੁਸ਼ਮਣ ਹੈ। ਚਿਹਰੇ ਉੱਤੇ ਉੱਭਰੀਆਂ ਕੁੜਨ ਜਾਂ ਕਰੋਧ ਦੀਆਂ ਰੇਖਾਵਾਂ ਚਿਹਰੇ ਦੀ ਸਾਰੀ ਖਿੱਚ ਸਮਾਪਤ ਕਰ ਦਿੰਦੀਆਂ ਹਨ। ਕਈ ਡਾਕਟਰਾਂ ਦਾ ਕਹਿਣਾ ਹੈ ਕਿ ਕਰੋਧ ਦਾ ਇੱਕ ਦੌਰਾ ਉਮਰ ਦਾ 1 ਸਾਲ ਘਟਾ ਦਿੰਦਾ ਹੈ ਅਤੇ ਸੁੰਦਰਤਾ ਉਪਰੰਤ ਕਰੂਪਤਾ ਦੀ ਇੱਕ ਵਾਛੜ ਕਰ ਜਾਂਦਾ ਹੈ। ਮਨੋਵਿਗਿਆਨੀਆਂ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਅੰਦਰਲੀ ਕਿਸੇ ਵੀ ਚਿੜ ਜਾਂ ਕੁੜਨ ਦਾ ਸਭ ਤੋਂ ਪਹਿਲਾ ਜੋ ਚਿੰਨ੍ਹ ਉੱਭਰਦਾ ਹੈ, ਉਹ ਚਿਹਰੇ ਉੱਤੇ ਉੱਭਰਦਾ ਹੈ। ਚਿਹਰੇ ਦੀਆਂ ਰੇਖਾਵਾਂ ਵਿੱਚ ਵਿਕਾਰ ਆਉਣ ਤੋਂ ਬਿਨਾਂ ਅੱਖਾਂ ਦੀ ਕੁਦਰਤੀ ਚਮਕ ਵੀ ਧੁੰਦਲੀ ਪੈ ਜਾਂਦੀ ਹੈ। ਵਾਰ-ਵਾਰ ਅਜਿਹੀ ਹਾਲਤ ਪੈਦਾ ਹੋਣ ਦੇ ਨਾਲ ਗੱਲਾਂ ਉੱਤੇ ਝੁਰੜੀਆਂ ਪੈ ਜਾਂਦੀਆਂ ਹਨ ਅਤੇ ਅੱਖਾਂ ਦੀ ਚਮਕ ਬੁਝ ਜਾਂਦੀ ਹੈ। ਸਿੱਟੇ ਵਜੋਂ ਛੋਟੀ ਉਮਰ ਵਿੱਚ ਹੀ ਬੁਢਾਪਾ ਆ ਘੇਰਦਾ ਹੈ। ਵਿਅਕਤੀ ਨੂੰ ਜਿਸ ਚੀਜ਼ ਦੀ ਸਭ ਤੋਂ ਵੱਧ ਇੱਛਾ ਹੁੰਦੀ ਹੈ, ਉਹ ਹੈ ਸ਼ਾਂਤੀ, ਸਰੀਰਕ ਅਤੇ ਮਾਨਸਿਕ ਸ਼ਾਂਤੀ। ਆਦਰਸ਼ ਘਰ ਉਹੀ ਹੈ ਜਿਸ ਵਿੱਚ ਸ਼ਾਂਤੀ ਭਰਿਆ ਵਾਤਾਵਰਣ ਹੋਵੇ। ਘਰ ਵਿੱਚ ਪਿਆ ਹੋਇਆ ਬਰੂਦ ਘਰ ਦੀ ਸ਼ਾਂਤੀ ਲਈ ਓਨਾ ਖਤਰਨਾਕ ਨਹੀਂ ਹੁੰਦਾ ਜਿੰਨਾ ਕਿ ਘਰ ਦਾ ਇੱਕ ਕਰੋਧੀ ਮੈਂਬਰ। ਕੁਝ ਲੋਕਾਂ ਵਿੱਚ ਇੰਨੀ ਸ਼ਕਤੀ ਜਾਂ ਅਕਲ ਹੁੰਦੀ ਹੈ ਕਿ ਜੀਵਨ ਦੇ ਸਾਦੇ ਪਾਣੀ ਨੂੰ ਮਿੱਠਾ ਸ਼ਰਬਤ ਬਣਾ ਲੈਂਦੇ ਹਨ, ਪਰੰਤੂ ਕਈ ਅਜਿਹੇ ਵੀ ਹੁੰਦੇ ਹਨ ਜੋ ਸ਼ਹਿਦ ਵਰਗੇ ਜੀਵਨ ਨੂੰ ਜ਼ਹਿਰ ਬਣਾ ਦਿੰਦੇ ਹਨ। ਰੋਜ਼ਾਨਾ ਦੀ ਜ਼ਿੰਦਗੀ ਵਿੱਚ ਤੁਹਾਨੂੰ ਅਜਿਹੇ ਲੋਕ ਵੀ ਮਿਲਦੇ ਹੋਣਗੇ ਜਿਨ੍ਹਾਂ ਨੂੰ ਮਿਲ ਕੇ ਲੱਗਦਾ ਹੋਵੇਗਾ ਕਿ ਧਨ ਹੋ ਗਏ, ਅਤੇ ਕੁਝ ਅਜਿਹਿਆਂ ਨਾਲ ਵੀ ਪਾਲਾ ਪੈਂਦਾ ਹੋਵੇਗਾ ਜਿਨ੍ਹਾਂ ਦੀ ਸ਼ਕਲ ਦੇਖਦੇ ਹੀ ਲੁੱਟ ਜਾਣ ਦਾ ਅਹਿਸਾਸ ਹੋਏ ਬਿਨਾਂ ਨਹੀਂ ਰਹਿੰਦਾ। ਇੱਕ ਲੜਕੀ ਸੀ, ਕਾਫੀ ਬਦਸੂਰਤ ਸੀ। ਜਿਉਂ-ਜਿਉਂ ਉਹ ਵੱਡੀ ਹੁੰਦੀ ਗਈ, ਆਪਣੀ ਬਦਸੂਰਤੀ ਦਾ ਅਹਿਸਾਸ ਉਸ ਨੂੰ ਪਰੇਸ਼ਾਨ ਕਰਨ ਲੱਗਿਆ। ਪਰ ਇੱਕ ਦਿਨ ਉਸਨੇ ਇਹ ਨਿਸ਼ਚੈ ਕਰ ਲਿਆ ਕਿ ਉਹ ਆਪਣੀ ਸੀਰਤ ਦੀ ਖੂਬੀ ਨਾਲ ਸੂਰਤ ਦਾ ਭੱਦਾਪਣ ਸੰਤੁਲਿਤ ਕਰੇਗੀ। ਉਸਨੇ ਆਪਣੇ ਸੁਭਾਅ ਨੂੰ ਇੰਨਾ ਜ਼ਿਆਦਾ ਪਿਆਰਾ ਬਣਾ ਲਿਆ ਕਿ ਜੋ ਵੀ ਉਸ ਨੂੰ ਮਿਲਦਾ ਉਹੀ ਉਸ 'ਤੇ ਮੋਹਿਤ ਹੋ ਜਾਂਦਾ। ਉਸ ਦੀ ਨੱਕ ਅਤੇ ਭੈਂਗੀ ਅੱਖ ਉੱਤੇ ਕਿਸੇ ਦੀ ਨਿਗਾਹ ਹੀ ਨਾ ਜਾਂਦੀ। ਬਦਸੂਰਤੀ ਉਸ ਲਈ ਹੁਣ ਮੁਸੀਬਤ ਨਹੀਂ ਰਹਿ ਗਈ ਸੀ, ਕਿਉਂਕਿ ਹੁਣ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਸੁੰਦਰ ਚਿਹਰੇ ਦੀ ਤਲਾਸ਼ ਵਿੱਚ ਨਹੀਂ, ਬਲਕਿ ਇਸ ਮਿੱਠ ਬੋਲੜੀ ਦੇ ਸੁੰਦਰ ਸੁਭਾਅ ਦੇ ਆਕਰਸ਼ਣ ਵਿੱਚ ਖਿੱਚਿਆ ਆਉਂਦਾ ਸੀ। ਜਿਸ ਸਲੀਕੇ ਅਤੇ ਸ਼ਿਸ਼ਟਾਚਾਰ ਨਾਲ ਉਹ ਪੇਸ਼ ਆਉਂਦੀ, ਉਸ ਦੇ ਸਾਹਮਣੇ ਵੱਡੀ ਤੋਂ ਵੱਡੀ ਸੁੰਦਰੀ ਦਾ ਰੰਗ ਫਿੱਕਾ ਪੈ ਜਾਂਦਾ। ਜਿਸ ਕਿਸੇ ਨਾਲ ਵੀ ਉਹ ਗੱਲ ਕਰ ਰਹੀ ਹੁੰਦੀ ਤੇ ਇਹੀ ਲੱਗਦਾ ਕਿ ਉਹੀ ਇਸ ਦੇ ਲਈ ਸਭ ਕੁਝ ਹੈ ਅਤੇ ਉਸ ਦੀਆਂ ਸਮੱਸਿਆਵਾਂ ਬਾਰੇ ਸੋਚਣਾ ਇਸ ਦੇ ਜੀਵਨ ਦਾ ਇੱਕਮਾਤਰ ਉਦੇਸ਼ ਹੈ। ਸੁਭਾਅ ਦੀ ਸੁੰਦਰਤਾ ਅਜਿਹੀ ਸੁੰਦਰਤਾ ਨਹੀਂ ਜੋ ਜਵਾਨੀ ਢਲਣ ਦੇ ਨਾਲ ਖਤਮ ਹੋ ਜਾਂਦੀ ਹੈ ਅਤੇ ਆਪਣੇ ਪਿੱਛੇ ਇੱਕ ਖਲਾਅ ਅਤੇ ਭੈੜੇ ਪਦਚਿੰਨ੍ਹ ਛੱਡ ਜਾਂਦੀ ਹੈ। ਵਕਤ ਦਾ ਸੇਕ ਇਸ ਨੂੰ ਸੁਕਾ ਨਹੀਂ ਸਕਦਾ। ਇਹ ਸੁੰਦਰਤਾ ਤਾਂ ਅਜਿਹੀ ਹੈ ਜੋ ਨਾ ਕੇਵਲ ਅਖੀਰਲੇ ਸਾਹ ਤੱਕ ਨਾਲ ਰਹਿੰਦੀ ਹੈ, ਬਲਕਿ ਮਰਨ ਦੇ ਬਾਅਦ ਵੀ ਮਨੁੱਖ ਦੀ ਯਾਦ ਤੱਕ ਨੂੰ ਸੁੰਦਰ ਬਣਾਈ ਰੱਖਦੀ ਹੈ। ਵਧੀਆ ਚਰਿੱਤਰ ਦੀ ਅਸਲੀ ਪੂੰਜੀ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਅਜਿਹੇ ਹੀ ਲੋਕਾਂ ਦੇ ਕੋਲ ਜਾਣਾ ਪਵੇਗਾ ਜੋ ਆਪਣੇ ਹਰ ਸਾਹ ਦੇ ਨਾਲ ਜੀਵਨ ਦੀ ਮਹਿਕ ਛੱਡਦੇ ਚੱਲਦੇ ਹਨ, ਜੋ ਹਰ ਦਰਵਾਜ਼ੇ ਤੇ ਦਸਤਕ ਦੇ ਕੇ ਖੁਸ਼ੀ ਵੰਡਦੇ ਚੱਲਦੇ ਹਨ। ਇਹਨਾਂ ਦੇ ਹੁੰਦੇ ਹੋਏ ਕੋਈ ਚਿੰਤਾ, ਕੋਈ ਗਮ ਰਹਿ ਹੀ ਨਹੀਂ ਸਕਦਾ। ਜੇ ਕੋਈ ਇਹ ਸਮਝਦਾ ਹੈ ਕਿ ਖੁਸ਼ੀਆਂ ਮੇਰੀ ਕਿਸਮਤ ਵਿੱਚ ਹੈ ਹੀ ਨਹੀਂ, ਪਿਆਰ ਮੈਨੂੰ ਮਿਲਣਾ ਹੀ ਨਹੀਂ, ਜਾਂ ਉਹ ਇਸ ਵਹਿਮ ਦਾ ਸ਼ਿਕਾਰ ਹੈ ਕਿ ਹਾਸੀ ਵਿੱਚ ਮੇਰਾ ਕੋਈ ਹਿੱਸਾ ਹੀ ਨਹੀਂ, ਤਾਂ ਅਜਿਹੇ ਵਿਅਕਤੀ ਦੀ ਤੁਲਨਾ ਉਸ ਕਿਸਾਨ ਨਾਲ ਕੀਤੀ ਜਾ ਸਕਦੀ ਹੈ ਜੋ ਇਸ ਡਰ ਨਾਲ ਆਪਣਾ ਖੇਤ ਹੀ ਨਹੀਂ ਵਾਹੁੰਦਾ ਕਿ ਇਸ ਸਾਲ ਤਾਂ ਮੀਂਹ ਪਵੇਗਾ ਹੀ ਨਹੀਂ, ਸੋਕਾ ਪੈਣਾ ਨਿਸ਼ਚਿਤ ਹੀ ਹੈ। ਦੇਣ ਦੀ ਗੱਲ ਬੜੀ ਹੀ ਮਹੱਤਵਪੂਰਨ ਹੈ। ਦੇਣਾ ਚਾਹੇ ਕਿਸੇ ਚੀਜ਼ ਦਾ ਹੋਵੇ, ਧਨ ਦਾ ਹੋਵੇ ਜਾਂ ਸਿਰਫ ਹਮਦਰਦੀ ਜਾਂ ਪਿਆਰ ਦਾ। ਦੇਣਾ ਅਤੇ ਹਾਸਿਲ ਕਰਨਾ ਅਸਲ ਵਿੱਚ ਇੱਕ ਹੀ ਗੱਲ ਹੈ, ਜਾਂ ਇਉਂ ਕਹਿ ਲਓ ਕਿ ਇੱਕ ਹੀ ਗੱਲ ਦੇ ਦੋ ਨਾਮ ਹਨ।
ਹਾਸਿਲ ਕਰਨ ਦੀ ਇੱਛਾ ਹੈ ਤਾਂ ਦੇਣਾ ਹੀ ਪਵੇਗਾ। ਦੇਣ ਤੋਂ ਵੱਡਾ ਕੋਈ ਲਾਭਦਾਇਕ ਵਪਾਰ ਨਹੀਂ ਹੈ। ਇੱਕ ਦਾਨੀ ਪੁਰਸ਼ ਨੇ ਆਪਣੀ ਵਸੀਅਤ ਵਿੱਚ ਇਹ ਸ਼ਬਦ ਲਿਖੇ ਸੀ, ਮੇਰੀ ਸਭ ਤੋਂ ਵੱਡੀ ਬਚਤ ਇਹੀ ਹੈ ਜਿਹੜੀ ਮੈਂ ਦਾਨ ਕਰ ਦਿੱਤੀ ਹੈ, ਬਾਕੀ ਤਾਂ ਸਾਰੀ ਜਾਇਦਾਦ ਬਰਬਾਦ ਹੋ ਗਈ ਲੱਗਦੀ ਹੈ। ਦਾਨ ਵਿੱਚ ਇੱਕ ਵੱਡੀ ਰੱਬੀ ਸ਼ਕਤੀ ਇਹ ਹੈ ਕਿ ਇਹ ਦੁੱਗਣਾ ਚੌਗਣਾ ਹੋ ਕੇ ਮੁੜਦਾ ਹੈ। ਦਿੱਤੀ ਹੋਈ ਵਸਤੂ ਦਾ ਚਾਹੇ ਕੋਈ ਵੀ ਹੋਵੇ, ਪਰੰਤੂ ਉਹਨਾਂ ਦਾ ਸਹੀ ਢੰਗ ਨਾਲ ਮੁੱਲ ਪਾਉਣ ਤੇ ਹਮੇਸ਼ਾ ਪ੍ਰਾਪਤੀ ਕਿਤੇ ਜ਼ਿਆਦਾ ਹੁੰਦੀ ਹੈ। ਇਹ ਕੁਦਰਤ ਦਾ ਨਿਯਮ ਹੈ ਜਿਹੜਾ ਕਦੇ ਨਹੀਂ ਬਦਲਿਆ ਅਤੇ ਨਾ ਹੀ ਕਦੇ ਬਦਲੇਗਾ। ਨਿੱਜੀ ਸਵਾਰਥ ਤੋਂ ਜ਼ਿਆਦਾ ਹੀਣ ਤੇ ਬਰਬਾਦ ਕਰਨ ਵਾਲੀ ਦੁਨੀਆ ਵਿੱਚ ਕੁਝ ਨਹੀਂ। ਜਿਹੜਾ ਮਨੁੱਖ ਕਿਸੇ ਦੇ ਕੰਮ ਨਹੀਂ ਆਉਂਦਾ, ਕਿਸੇ ਨੂੰ ਕੁਝ ਨਹੀਂ ਦਿੰਦਾ, ਜਿਸ ਨੂੰ ਹਰ ਵੇਲੇ ਆਪਣੀਆਂ ਜ਼ਰੂਰਤਾਂ ਦਾ ਹੀ ਧਿਆਨ ਰਹਿੰਦਾ ਹੈ, ਦੂਜਿਆਂ ਦੀ ਜ਼ਰੂਰਤ ਜਿਸ ਲਈ ਕੋਈ ਮੁੱਲ ਨਹੀਂ ਰੱਖਦੀ, ਉਹ ਮਨੁੱਖ ਦਰਅਸਲ ਆਪਣੇ ਆਪ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਅਜਿਹੇ ਮਨੁੱਖ ਨੂੰ ਨਾ ਤਾਂ ਜ਼ਿੰਦਗੀ ਵਿੱਚ ਕੋਈ ਸੁੱਖ ਹੀ ਮਿਲਦਾ ਹੈ, ਨਾ ਹੀ ਉਸ ਨੂੰ ਕੋਈ ਪਸੰਦ ਕਰਦਾ ਹੈ ਅਤੇ ਨਾ ਹੀ ਕੋਈ ਉਸ ਨਾਲ ਜੁੜ ਬੈਠਦਾ ਹੈ। ਅਜਿਹੇ ਲੋਕ ਇਕੱਲੇਪਣ ਦੀ ਅੱਗ ਵਿੱਚ ਜਲ ਕੇ ਕੁਰਹਾਉਂਦੇ ਰਹਿੰਦੇ ਹਨ। ਸਵਾਰਥ ਦੀ ਬਰਫ਼ ਉਹਨਾਂ ਦੀ ਆਤਮਾ ਨੂੰ, ਭਾਵਨਾਵਾਂ ਨੂੰ ਪਹਿਲੇ ਹੀ ਸੁੰਨ ਕਰ ਚੁੱਕੀ ਹੁੰਦੀ ਹੈ। ਇਹਨਾਂ ਦੇ ਕਿਰਦਾਰ ਦੀ ਸੋਚ ਇੰਨੀ ਸੌੜੀ ਹੋ ਚੁੱਕੀ ਹੁੰਦੀ ਹੈ ਕਿ ਸਵਾਰਥ ਦੀ ਭੜਾਸ ਇਹਨਾਂ ਦੇ ਹਰ ਸਾਹ ਵਿੱਚੋਂ ਮਾਰਦੀ ਹੈ। ਦੂਜੇ ਸ਼ਬਦਾਂ ਵਿੱਚ ਇਹਨਾਂ ਨੂੰ ਜਿੰਦਾ ਲਾਸ਼ ਕਹਿ ਸਕਦੇ ਹੋ। ਇੱਕ ਭਲਵਾਨ ਆਦਮੀ ਨੇ ਇੱਕ ਮਾੜੂ ਨੂੰ ਕਸਰਤ ਕਰਦੇ ਵੇਖਿਆ ਤਾਂ ਕਹਿਣ ਲੱਗਿਆ, ਇਹ ਕੀ ਗਜਬ ਕਰ ਰਿਹਾ ਹੈ। ਜਵਾਬ ਮਿਲਿਆ, ਤਾਕਤ ਪ੍ਰਾਪਤ ਕਰ ਰਿਹਾ ਹਾਂ। ਭਲਵਾਨ ਨੇ ਕਿਹਾ, ਮੈਨੂੰ ਤਾਂ ਇੰਜ ਲੱਗ ਰਿਹਾ ਹੈ ਤੂੰ ਆਤਮਘਾਤ ਕਰ ਰਿਹਾ ਹੈ। ਮਾੜੂ ਨੇ ਕਿਹਾ, ਉਹ ਕਿਵੇਂ ਬਈ? ਭਲਵਾਨ ਨੇ ਕਿਹਾ, ਸਰੀਰ ਵਿੱਚ ਤਾਂ ਤੇਰੇ ਪਹਿਲਾਂ ਹੀ ਕੁਝ ਨਹੀਂ, ਜਿਹੜਾ ਥੋੜਾ ਬਹੁਤ ਬਚਦਾ ਹੈ ਉਹ ਤੂੰ ਇਹਨਾਂ ਮੁਗਦਰਾਂ ਨੂੰ ਦੇ ਦੇਵੇਂਗਾ। ਇਹ ਕੀ ਚੰਗਾ ਨਹੀਂ ਹੋਵੇਗਾ ਕਿ ਤੂੰ ਇਸ ਬਚੀ ਖੁਚੀ ਤਾਕਤ ਨੂੰ ਬਚਾ ਕੇ ਰੱਖੇ ਤਾਂ ਕਿ ਦਿਨ ਭਰ ਕੰਮ ਕਰ ਲਵੇਂ। ਤੂੰ ਗਲਤ ਹੈ ਮੇਰੇ ਵੀਰ, ਮੈਂ ਇਹਨਾਂ ਮੁਗਦਰਾਂ ਨੂੰ ਕੁਝ ਦੇ ਨਹੀਂ ਰਿਹਾ, ਸਗੋਂ ਇਹਨਾਂ ਰਾਹੀਂ ਆਪਣੇ ਕਮਜ਼ੋਰ ਪੱਠਿਆਂ ਵਿੱਚ ਜਾਨ ਪਾ ਰਿਹਾ ਹਾਂ। ਕਸਰਤ ਵਿੱਚ ਖਰਚੀ ਤਾਕਤ ਮਨੁੱਖ ਨੂੰ ਚੁਸਤੀ ਤੇ ਫੁਰਤੀ ਦਿੰਦੀ ਹੈ। ਦਿੰਦੇ ਰਹੋ, ਪਾਉਂਦੇ ਰਹੋ, ਜੋੜਦੇ ਰਹੋ ਤੇ ਖੋਹਦੇ ਰਹੋ। ਇਹ ਇੱਕ ਬਹੁਤ ਵੱਡੀ ਸੱਚਾਈ ਹੈ ਅਤੇ ਇਹੀ ਸੋਚ ਇਸ ਸ੍ਰਿਸ਼ਟੀ ਦੇ ਵਿਹਾਰ ਦਾ ਅਸਲ ਰਹੱਸ ਹੈ। ਗੁਲਾਬ ਦੀ ਇੱਕ ਕਲੀ ਚਹਿਕੀ ਤੇ ਬੋਲੀ, ਮੈਂ ਆਪਣੀਆਂ ਕੋਮਲ ਪੰਖੜੀਆਂ ਨੂੰ ਆਪਣੇ ਵਿੱਚ ਹੀ ਸਮੇਟੀ ਰੱਖਾਂਗੀ, ਇਹਨਾਂ ਨੂੰ ਕਦੇ ਨਹੀਂ ਖੋਲਾਂਗੀ। ਫੁੱਲ ਨੇ ਪੁੱਛਿਆ ਵੀ ਕਿਉਂ? ਤਾਂ ਅੱਗੋਂ ਜਵਾਬ ਦਿੱਤਾ, ਤਾਂ ਕਿ ਮੇਰੀ ਨਸ਼ੀਲੀ ਖੁਸ਼ਬੂ ਮੇਰੇ ਤੱਕ ਹੀ ਬਣੀ ਰਹੇ। ਫੁੱਲ ਨੇ ਕਿਹਾ, ਇਹ ਤੇਰਾ ਭਰਮ ਹੈ। ਕਲੀ ਕਹਿੰਦੀ ਵੀ ਉਹ ਕਿਵੇਂ? ਗੁਲਾਬ ਕਹਿੰਦਾ ਕਿ ਜੇ ਆਪਣੀਆਂ ਪੰਖੜੀਆਂ ਨਹੀਂ ਖੋਲੇਗੀ ਤਾਂ ਤੇਰੀ ਸੁੰਦਰਤਾ ਕਿਵੇਂ ਉਜਾਗਰ ਹੋਵੇਗੀ? ਤੈਨੂੰ ਕੋਈ ਸੁੰਦਰ ਕਿਵੇਂ ਕਹੇਗਾ? ਆਪਣੀ ਮਹਿਕ, ਆਪਣਾ ਰੂਪ ਨਹੀਂ ਲੁਟਾਏਗੀ ਤਾਂ ਤੈਨੂੰ ਗੁਲਾਬ ਦੇ ਖੂਬਸੂਰਤ ਨਾਮ ਨਾਲ ਕੌਣ ਪੁਕਾਰੇਗਾ? ਕਲੀ ਨੇ ਕਿਹਾ, ਪਰ ਕਿਸੇ ਰਾਹ ਜਾਂਦੇ ਲਾਪਰਵਾਹ ਰਾਹਗੀਰ ਦੀ ਖਾਤਰ ਆਪਣੀ ਖੁਸ਼ਬੂ ਨੂੰ ਲੁਟਾ ਦੇਣਾ ਕਿਹੜੀ ਅਕਲਮੰਦੀ ਹੈ? ਇਹ ਤਾਂ ਸਰਾਸਰ ਮੂਰਖਤਾ ਹੈ। ਫੁੱਲ ਨੇ ਕਿਹਾ ਕਿ ਜੇ ਖੁਸ਼ਬੂ ਅਤੇ ਖੂਬਸੂਰਤੀ ਨੂੰ ਤੂੰ ਆਪਣੇ ਖੋਲ ਵਿੱਚ ਹੀ ਕੈਦ ਕਰ ਲਵੇਂਗੀ ਤਾਂ ਫਿਰ ਇਹ ਰਹੇਗੀ ਕਿੰਨੇ ਦਿਨ ਤੇ ਕਿਸ ਦੇ ਕੰਮ ਆਵੇਗੀ? ਕਲੀ ਨੇ ਕਿਹਾ ਕਿ ਮੇਰੇ ਆਪਣੇ ਕੰਮ ਆਵੇਗੀ। ਫੁੱਲ ਹੱਸਣ ਲੱਗਾ। ਕਲੀ ਕਹਿੰਦੀ ਕਿ ਤੂੰ ਕਿਉਂ ਹੱਸਦਾ ਹੈ? ਫੁੱਲ ਕਹਿੰਦਾ, ਤੇਰੀ ਨਦਾਨੀ ਤੇ। ਤੂੰ ਇਹਨੂੰ ਨਦਾਨੀ ਕਹਿੰਦਾ ਹੈ? ਫੁੱਲ ਕਹਿੰਦਾ, ਨਹੀਂ ਤਾਂ ਹੋਰ ਕੀ ਕਹਾਂ। ਮੂਰਖ ਕਲੀ ਆਪਣੀ ਮਹਿਕ, ਆਪਣੀ ਸੁੰਦਰਤਾ ਜਾਂ ਕੋਈ ਵੀ ਜਾਇਦਾਦ ਆਪਣੇ ਆਪ ਵਿੱਚ ਸਮੇਟੀ ਰੱਖਣ ਨਾਲ ਮਿਟ ਜਾਂਦੀ ਹੈ। ਉਹ ਆਪਣਾ ਮਤਲਬ ਹੀ ਖੋਹ ਦਿੰਦੀ ਹੈ। ਮੇਰੀ ਤਰਫ ਵੇਖ, ਮੈਂ ਖਿੜਿਆ ਗੁਲਾਬ ਹਾਂ ਜਿਸ ਨੂੰ ਲੋਕ ਫੁੱਲਾਂ ਦਾ ਰਾਜਾ ਕਹਿੰਦੇ ਹਨ। ਕਿਉਂ? ਕਿਉਂਕਿ ਮੈਂ ਆਪਣਾ ਸਭ ਕੁਝ ਸਭ ਦੇ ਲਈ ਖੁੱਲ੍ਹਾ ਰੱਖਿਆ ਹੋਇਆ ਹੈ। ਜਿਸ ਨੂੰ ਖੁਸ਼ਬੂ ਦੀ ਜ਼ਰੂਰਤ ਹੋਵੇ ਮੈਨੂੰ ਸੁੰਘ ਸਕਦਾ ਹੈ। ਕੋਈ ਵੀ ਸੁੰਦਰਤਾ ਦਾ ਪ੍ਰੇਮੀ ਮੈਨੂੰ ਵੇਖ ਸਕਦਾ ਹੈ। ਤੂੰ ਇਸ ਨੂੰ ਫਜ਼ੂਲ ਖਰਚੀ ਦੱਸਦੀ ਹੈ, ਪਰ ਮੈਂ ਇਸ ਫਜ਼ੂਲ ਖਰਚੀ ਦੇ ਸਿਰ ਤੇ ਦੂਸਰਿਆਂ ਨੂੰ ਸੁੱਖ ਦੇ ਕੇ ਹੀ ਹਰ ਵਕਤ ਖਿੜਿਆ ਰਹਿੰਦਾ ਹਾਂ। ਜਿਸ ਦਿਨ ਮੈਂ ਆਪਣੀ ਖੁਸ਼ਬੂ ਦਾ ਪਹਿਲਾ ਝੋਂਕਾ ਹਵਾ ਵਿੱਚ ਬਖੇਰਿਆ ਸੀ, ਜਿਸ ਦਿਨ ਮੈਂ ਆਪਣੀਆਂ ਪੰਖੜੀਆਂ ਖੋਲ੍ਹ ਕੇ ਆਪਣੀ ਸੁੰਦਰਤਾ ਤੋਂ ਘੁੰਡ ਚੁੱਕਿਆ ਸੀ, ਉਸ ਦਿਨ ਤੋਂ ਹੀ ਸੂਰਜ ਦੇ ਤਿੱਖੇ ਪ੍ਰਕਾਸ਼ ਦੀਆਂ ਕਿਰਨਾਂ ਦਾ ਸ਼ਰਬਤ ਮੈਨੂੰ ਲਗਾਤਾਰ ਜ਼ਿੰਦਗੀ ਦੇ ਰਿਹਾ ਹੈ। ਪੌ ਫੁੱਟਦੇ ਹੀ ਉਸ ਦੀਆਂ ਠੰਡੀਆਂ ਬੂੰਦਾਂ ਮੈਨੂੰ ਨਵਾ ਕੇ ਮੇਰੀ ਸੁੰਦਰਤਾ ਵਿੱਚ ਚਾਰ ਚੰਨ ਲਗਾ ਦਿੰਦੀਆਂ ਹਨ। ਹਵਾ ਵਿੱਚ ਬਿਖਰੀ ਪਾਣੀ ਦੀ ਮਿਠਾਸ ਮੈਨੂੰ ਹਰ ਸਮੇਂ ਸਿਹਤਦਾਨ ਦਿੰਦੀ ਹੈ। ਨੇਕੀ ਕਰਨ ਦੀ ਆਦਤ ਪਾਓ। ਹਰ ਰੋਜ਼ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰੋ। ਜੇ ਕੁਝ ਹੋਰ ਨਹੀਂ ਕਰ ਸਕਦੇ ਤਾਂ ਕਿਸੇ ਨੂੰ ਦੋ ਹਮਦਰਦੀ ਦੇ ਬੋਲ ਤਾਂ ਬੋਲ ਹੀ ਸਕਦੇ ਹੋ। ਦੋ ਮਿੱਠੇ ਸ਼ਬਦ ਦਾਨ ਕਰ ਦੇਣ ਨਾਲ ਤੁਹਾਡਾ ਕੁਝ ਨਹੀਂ ਘਟੇਗਾ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਸਾਰਥਕ ਲੱਗਣ ਲੱਗੇਗੀ ਅਤੇ ਗੁਲਾਬ ਦੇ ਫੁੱਲ ਦੀ ਤਰ੍ਹਾਂ ਤੁਹਾਡੇ ਤੇ ਵੀ ਕੁਦਰਤ ਮਿਹਰਬਾਨ ਹੋ ਜਾਵੇਗੀ। ਇਸ ਤਰ੍ਹਾਂ ਦੀ ਨੇਕੀ ਕਰਨ ਵਾਸਤੇ ਸਾਨੂੰ ਮੌਕਿਆਂ ਦੀ ਕੋਈ ਘਾਟ ਨਹੀਂ ਰਹਿੰਦੀ। ਜਿੱਧਰ ਨੂੰ ਮਰਜ਼ੀ ਜਾਓ ਮੌਕਾ ਬਣ ਹੀ ਜਾਂਦਾ ਹੈ। ਹਰ ਕਿਤੇ ਕੋਈ ਨਾ ਕੋਈ ਅਜਿਹਾ ਮਿਲ ਹੀ ਜਾਵੇਗਾ ਜਿਸ ਦੇ ਤਪਦੇ ਜ਼ਿਹਨ ਉੱਤੇ ਤੁਹਾਡੇ ਦੋ ਮਿੱਠੇ ਬੋਲ ਮਾਨਸਿਕ ਸ਼ਕਤੀ ਦਾ ਅੰਮ੍ਰਿਤ ਬਣ ਜਾਣਗੇ। ਕਿਸੇ ਦਾ ਮਨ ਭਾਰੀ ਹੈ ਤੇ ਕਿਸੇ ਦਾ ਦਿਲ ਟੁੱਟਿਆ ਹੈ। ਕੋਈ ਠੋਕਰ ਖਾ ਕੇ ਗਿਰ ਗਿਆ ਹੈ ਤੇ ਕੋਈ ਗਿਰ ਕੇ ਉੱਠਣ ਦੀ ਕੋਸ਼ਿਸ਼ ਵਿੱਚ ਹੈ। ਕੋਈ ਪਤਾ ਨਹੀਂ ਕਦੋਂ ਕਿਸੇ ਦੇ ਮਿੱਠੇ ਬੋਲਾਂ ਦਾ ਅੰਮ੍ਰਿਤ ਕਿਸੇ ਦੀ ਕਸੈਲੀ ਹੋਈ ਜ਼ਿੰਦਗੀ ਵਿੱਚ ਮਿਸ਼ਰੀ ਘੋਲ ਦੇਵੇ ਤੇ ਉਸ ਨੂੰ ਜ਼ਿੰਦਗੀ ਫਿਰ ਜੀਣ ਲਾਇਕ ਲੱਗਣ ਲੱਗੇ। ਕਦੇ ਕਦੇ ਤਾਂ ਅਜਨਬੀ ਦੀ ਦਿਲ ਖਿੱਚਵੀਂ ਮੁਸਕਾਨ ਹੀ ਢਹਿ ਰਹੇ ਦਿਲ ਵਿੱਚ ਮੁੜ ਆਸ ਸਿੰਜ ਦਿੰਦੀ ਹੈ।
ਸੱਚਮੁੱਚ ਦੀ ਸਹਾਇਤਾ ਨਾ ਕਰ ਸਕੋ ਤਾਂ ਸਹਾਇਤਾ ਦਾ ਹੌਸਲਾ ਤਾਂ ਦੇ ਹੀ ਸਕਦੇ ਹੋ। ਕਈ ਵਾਰ ਅਜਿਹਾ ਹੀ ਹੌਸਲਾ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਬਣ ਜਾਂਦਾ ਹੈ। ਡੁੱਬਦੇ ਹੋਏ ਇਨਸਾਨ ਵਿੱਚ ਮਦਦਗਾਰ ਦਾ ਹੱਥ ਫੜ ਲੈਣ ਨਾਲ ਹੀ ਇੰਨੀ ਤਾਕਤ ਆ ਜਾਂਦੀ ਹੈ ਕਿ ਉਹ ਬਾਕੀ ਦੀ ਸਹਾਇਤਾ ਆਪ ਕਰਨ ਯੋਗ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਅਜਿਹੇ ਮੌਕਿਆਂ 'ਤੇ ਸਿਰਫ ਇੱਕ ਹਮਦਰਦੀ ਦੇ ਬੋਲਾਂ ਨੇ ਅਜਿਹਾ ਚਮਤਕਾਰ ਪੈਦਾ ਕੀਤਾ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਰੁੱਖ ਹੀ ਬਦਲ ਗਿਆ ਹੈ। ਸੰਸਾਰ ਵਿੱਚ ਪੈਸਾ ਹੀ ਸਭ ਕੁਝ ਨਹੀਂ, ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਵੀ ਹਨ ਜਿਹੜੀਆਂ ਪੈਸੇ ਤੋਂ ਵੀ ਕੀਮਤੀ ਤੇ ਬੇਸ਼ਕੀਮਤੀ ਹਨ। ਇਹਨਾਂ ਚੀਜ਼ਾਂ 'ਤੇ ਕੋਈ ਪੈਸਾ ਵੀ ਖਰਚ ਨਹੀਂ ਹੁੰਦਾ। ਇਹਨਾਂ ਨੂੰ ਦੇਣ ਲਈ ਤਾਂ ਸਿਰਫ ਇਨਸਾਨ ਵਿੱਚ ਇਨਸਾਨੀ ਦਿਲ ਚਾਹੀਦਾ ਹੈ। ਹਰ ਕੋਈ ਇਹਨਾਂ ਨੂੰ ਦੇ ਸਕਦਾ ਹੈ ਅਤੇ ਹਰ ਇੱਕ ਨੂੰ ਇਹਨਾਂ ਨੂੰ ਲੈਣ ਦੀ ਲਾਲਸਾ ਹੈ। ਪੈਸੇ ਤੋਂ ਵੀ ਵੱਡੀ ਚੀਜ਼ ਹੈ ਪਿਆਰ, ਜਿਸ ਦੀ ਭੁੱਖ ਹਰ ਕਿਸੇ ਨੂੰ ਹੁੰਦੀ ਹੈ ਤੇ ਪਿਆਰ ਦੀ ਭੁੱਖ ਸਭ ਤੋਂ ਵੱਡੀ ਭੁੱਖ ਹੈ। ਪਿਆਰ ਦਾ ਪਾਉਣਾ ਉਹਨਾਂ ਅਰਥ ਨਹੀਂ ਰੱਖਦਾ ਜਿੰਨਾ ਕਿ ਪਿਆਰ ਦਾ ਦੇਣਾ। ਪਿਆਰ ਪਾਉਣ ਦੀ ਸਿਰਫ ਪਾਉਂਦੇ ਹੀ ਰਹਿਣ ਦੀ ਇੱਛਾ ਕਦੇ ਨਹੀਂ ਹੁੰਦੀ, ਬਲਕਿ ਪਾਉਣ ਨਾਲੋਂ ਪਿਆਰ ਦੇਣ ਦਾ ਮਨ ਜ਼ਿਆਦਾ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇੱਥੇ ਪਾਉਣਾ ਅਤੇ ਦੇਣਾ ਇੱਕ ਹੀ ਕਿਰਿਆ ਦੇ ਨਾਮ ਬਣ ਜਾਂਦੇ ਹਨ। ਇਸ ਖਜ਼ਾਨੇ ਵਿੱਚ ਤੁਹਾਡੇ ਕੋਲ ਜੋ ਵੀ ਹੈ ਉਸ ਨੂੰ ਵੰਡ ਦੇਵੋ, ਖਜ਼ਾਨਾ ਫਿਰ ਵੀ ਇੰਨਾ ਹੀ ਭਰਿਆ ਰਹੇਗਾ। ਆਪਣੇ ਆਪ ਨੂੰ ਪਰਖਣ ਲਈ 1 ਮਿੰਟ ਬੈਠ ਕੇ ਇਹ ਸੋਚੋ ਕਿ ਸਧਾਰਨ ਰੂਪ ਵਿੱਚ ਤੁਹਾਡੇ ਚਿਹਰੇ ਤੇ ਕੀ ਉਕਰਿਆ ਰਹਿੰਦਾ ਹੈ। ਕਿਤੇ ਚਿੜਿਆ ਹੋਇਆ, ਕੁੜਿਆ ਹੋਇਆ ਜਾਂ ਅਪਵਾਦ ਤਾਂ ਨਹੀਂ। ਜੇ ਅਜਿਹਾ ਹੈ ਤਾਂ ਇਹ ਨਾਕਾਬਲੇ ਬਰਦਾਸ਼ਤ ਹੈ। ਇਹ ਇੱਕ ਲਾਲਚੀ ਦਾ ਚਿਹਰਾ ਹੈ। ਕੀ ਤੁਸੀਂ ਆਪਣੇ ਸਾਥੀਆਂ ਵਿੱਚ ਮਾਤ ਹਿੱਤਾਂ ਵਿੱਚ ਮੂੰਹ ਚੜਾਈ, ਨਾਸਾਂ ਫੁਲਾਈ ਤਾਂ ਨਹੀਂ ਬੈਠੇ ਰਹਿੰਦੇ? ਕੀ ਉਹਨਾਂ ਨੂੰ ਮਿਲ ਕੇ ਤੁਹਾਨੂੰ ਕੋਈ ਖੁਸ਼ੀ ਹੁੰਦੀ ਹੈ? ਕੀ ਤੁਹਾਡੇ ਸਾਥੀਆਂ ਦੇ ਚਿਹਰੇ ਤੁਹਾਨੂੰ ਵੇਖ ਕੇ ਖੇਡ ਉੱਠਦੇ ਹਨ ਜਾਂ ਕਿ ਉਹਨਾਂ ਦੇ ਮੱਥੇ 'ਤੇ ਤਿਊੜੀਆਂ ਪੈ ਜਾਂਦੀਆਂ ਹਨ? ਕੀ ਉਹ ਤੁਹਾਡੇ ਨਾਲ ਗੱਲਬਾਤ ਕਰਕੇ ਉਤਸ਼ਾਹ ਦਿਖਾਉਂਦੇ ਹਨ ਕਿ ਜਾਂ ਤੁਹਾਡੇ ਕੋਲੋਂ ਕਟੇ-ਕਟੇ ਰਹਿਣ ਦੀ ਕੋਸ਼ਿਸ਼ ਕਰਦੇ ਹਨ? ਚਿਹਰੇ ਦੇ ਇਹਨਾਂ ਸਾਰੇ ਭਾਵਾਂ ਦਾ ਬਹੁਤ ਭਾਰੀ ਮਤਲਬ ਹੈ। ਤੁਹਾਡੇ ਕਿਰਦਾਰ ਦਾ, ਸੁਭਾਅ ਦਾ ਤੇ ਹੋਂਦ ਦਾ ਇਹੀ ਤਾਂ ਪੈਮਾਨਾ ਹੈ। ਤੁਹਾਡੇ ਚਿਹਰੇ ਤੇ ਉਕਰੇ ਭਾਵ ਹੀ ਤਾਂ ਤੁਹਾਡੇ ਦੋਸਤ ਤੇ ਦੁਸ਼ਮਣ ਪੈਦਾ ਕਰਦੇ ਹਨ। ਕੁਦਰਤੀ ਮੁਸਕਾਨ ਵਿੱਚ ਬਹੁਤ ਭਾਰੀ ਸ਼ਕਤੀ ਹੈ। ਸਿਰਫ ਇਹੀ ਨਹੀਂ ਕਿ ਇਸ ਦੇ ਨਾਲ ਮਿੱਤਰ ਪੈਦਾ ਹੁੰਦੇ ਹਨ, ਬਲਕਿ ਇਹ ਤੁਹਾਡੀ ਆਪਣੀ ਜ਼ਿੰਦਗੀ 'ਤੇ ਵੀ ਬਹੁਤ ਪ੍ਰਭਾਵ ਪਾਉਂਦੀ ਹੈ। ਹਰ ਸਮੇਂ ਖੁਸ਼, ਦਿਆਲੂ ਤੇ ਸੱਜਣ ਬਣੇ ਰਹਿਣ ਦੀ ਕੋਸ਼ਿਸ਼ ਵਿੱਚ ਜ਼ਿੰਦਗੀ ਦਾ ਢਾਂਚਾ ਬਦਲ ਦੇਣ ਦੀ ਸਮਰੱਥਾ ਹੈ। ਮੈਂ ਇੱਕ ਅਜਿਹੀ ਮਹਿਲਾ ਨੂੰ ਜਾਣਦਾ ਹਾਂ ਜਿਹੜੀ ਹਰ ਸਮੇਂ ਆਪਣੇ ਚਾਰੇ ਪਾਸੇ ਮੁਸਕਾਨ ਦੀਆਂ ਰਿਸ਼ਮਾਂ ਬਖੇਰਦੀ ਰਹਿੰਦੀ ਹੈ ਤੇ ਕਹਿੰਦੀ ਹੈ, ਮੁਸਕਰਾਉਣ ਵਿੱਚ ਮੇਰਾ ਕੀ ਲੱਗਦਾ ਹੈ? ਕੁਝ ਵੀ ਤਾਂ ਨਹੀਂ ਲੱਗਦਾ। ਫਿਰ ਬਿਨਾਂ ਕੁਝ ਖਰਚ ਕੀਤਿਆਂ ਮੈਨੂੰ ਇੰਨਾ ਕੁਝ ਮਿਲਦਾ ਹੈ ਤਾਂ ਮੈਂ ਕਿਉਂ ਛੱਡਾਂ? ਸੱਚਮੁੱਚ ਹੀ ਇਸ ਵਿੱਚ ਕੁਝ ਨਹੀਂ ਲੱਗਦਾ। ਭਾਵੇਂ ਤੁਸੀਂ ਅਖਬਾਰ ਵਾਲੇ ਤੋਂ ਅਖਬਾਰ ਖਰੀਦ ਰਹੇ ਹੋ ਜਾਂ ਮੋਚੀ ਤੋਂ ਬੂਟ ਪਾਲਿਸ਼ ਕਰਵਾ ਰਹੇ ਹੋ ਜਾਂ ਬੱਸ ਦੇ ਕੰਡਕਟਰ ਤੋਂ ਟਿਕਟ ਖਰੀਦ ਰਹੇ ਹੋ, ਤੇ ਜੇ ਇੱਕ ਛੋਟੀ ਜਿਹੀ ਮੁਸਕਾਨ ਵੀ ਬਿਖੇਰ ਦੇਵੋ ਤਾਂ ਤੁਸੀਂ ਮੁਫਤ ਵਿੱਚ ਹੀ ਉਹਨਾਂ ਦੇ ਚੰਗੇਪਣ ਦਾ ਪ੍ਰਭਾਵ ਛੱਡ ਜਾਵੋਗੇ ਤੇ ਉਹਨਾਂ ਨੂੰ ਇੰਜ ਲੱਗੇਗਾ ਕਿ ਉਹਨਾਂ ਨੂੰ ਤੁਹਾਡੀ ਸੇਵਾ ਦਾ ਹੱਕ ਮਿਲ ਗਿਆ ਹੈ। ਮੁਸਕਰਾਹਟਾਂ ਤਾਂ ਜ਼ਿੰਦਗੀ ਦੀ ਹਰਿਆਵਲ ਹਨ। ਤਾਂ ਦੋਸਤੋ, ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ, ਪਰ ਇਸ ਨੂੰ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਸੋਹਣੀਆਂ ਗੱਲਾਂ ਨੇ ਜੋ ਅੱਜ ਕੱਲ੍ਹ ਹਰ ਕਿਸੇ ਨੂੰ ਸੁਣਨੀਆਂ ਚਾਹੀਦੀਆਂ ਹਨ। ਇਹਨਾਂ 'ਤੇ ਗੌਰ ਕਰਨਾ ਚਾਹੀਦਾ ਹੈ। ਸੋ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।